वे मोहताज पूरा पातशाह, मोह मगन लपट्यो भ्रम गिरहै। नानक तरिया तेरी महर, राम कली महला पंजवा। रैन दिनस जपों हर नाम, आगे दरगह पावो थाऊं। रैन दिनस जपों हर नाम, आगे दरगह पावो थाऊं। सदा आनंद ना होवी सोग, कबहू ना व्यापै हूँ मैं रोग। खोजो हो संत हो हर ब्रह्म ज्ञानी, बिस्मन बिसम पए बिस्मादा, परम गत पावै हर सिमर प्राणी। रहाओ गान मिल गान मिन देखो सगल विचार, नाम बिना को सकै ना तार। सगल उपाव ना चालैं संग, भव जल तरिया प्रभ कै रंग। देही तोए न उतरै मैल, हूँ मैं व्यापै दुविधा फैल। हर हर औखद जो जन खाए, ताका रोग सगल मिट जाए। कर कृपा पार ब्रह्म दयाल, मानते कबहू ना बिसर गोपाल। तेरे दास की हुआ तूर, नानक की प्रभ शरदा पूर। तेरे दास की होवा तूर, नानक की प्रभ शरदा पूर। सतगुरां दी साजी नवाजी साध संगत जीओ, प्यार नाल सतगुरां दी बख्शी हुई फतेह दी सांझ पानी जी। वाहिगुरू जी का खालसा, वाहिगुरू जी की फतेह। अज का पवित्र हुक्मनामा सचखंड श्री हरिमंदिर साहब तो सतगुर ने अपार रहमत के घर दे विच आके बख्शिश किया है। सो पहला पंजाबी बाद विच अंग्रेजी दे विच विचार श्रवण करना जी। सो टुडेज हुक्मनामा इज डिलीवर्ड फ्रॉम सचखंड श्री हरिमंदिर साहब। वी आर गोइंग टू डू द एक्सप्लेनेशन विद गुरुज विजडम, फर्स्ट इन पंजाबी एंड आफ्टर 10 minutes in English. Stay tuned. सो सतगुरु अज के हुक्मनामे फरमाते ने, उस वाहिगुरू के नाम जपन का केड़ा समा है। महाराज कहते रैन दिनस जपों हर नाम, दिन ते रात उस परमेश्वर का नाम जपो पाए। अमृत वेले नाम जपन का यह भाव हुंदा
ਵੀ ਇਕਾਗਰਤਾ ਹੁੰਦੀ ਆ, ਮਨ ਦੀ ਇਕਾਗਰਤਾ ਹੁੰਦੀ ਆ, ਉਹਦੇ ਨਾਲ ਜਿਹੜਾ ਨਾਮ ਜਪਿਆ ਹੁੰਦਾ ਅੰਮ੍ਰਿਤ ਵੇਲੇ 3 ਵਜੇ ਸਵੇਰੇ ਤੋਂ ਲੈ ਕੇ 6 ਵਜੇ ਤੱਕ ਉਹ ਹਿਰਦੇ ਵਿੱਚ ਵਸ ਜਾਂਦਾ। ਪਰ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਦਰਗਾਹ ਦੇ ਵਿੱਚ ਥਾਂ ਮਿਲੇ ਤਾਂ ਫਿਰ 24 ਘੰਟੇ ਨਾਮ ਜਪਣਾ। ਰੈਨ ਦਿਨਸ ਜਪੋ ਹਰ ਨਾਉ, ਆਗੇ ਦਰਗਾਹ ਪਾਵਾਓ ਥਾਉ। ਕਿਉਂਕਿ ਜਿਹੜਾ ਅੰਮ੍ਰਿਤ ਵੇਲੇ ਦਾ ਨਾਮ ਜਪਿਆ ਉਹ ਫਿਰ ਇਸ ਤਰ੍ਹਾਂ ਜਿੱਦਾਂ ਆਪਣੇ ਸਰੀਰ ਨੂੰ ਤੁਸੀਂ ਚਾਰਜ ਕਰ ਲਿਆ, ਜਿੱਦਾਂ ਤੁਸੀਂ ਆਪਣੇ ਫੋਨ ਨੂੰ ਇੱਕ ਵਾਰੀ ਚਾਰਜ ਕਰਦੇ ਹੋ ਦਿਨ 'ਚ, ਸਵੇਰੇ ਸਵੇਰੇ ਅੰਮ੍ਰਿਤ ਵੇਲੇ ਦਾ ਨਾਮ ਜਪਿਆ, ਐਦਾਂ ਹੁੰਦਾ ਜਿੱਦਾਂ ਸਾਰਾ ਸਰੀਰ ਸਾਰਾ ਮਨ ਚਾਰਜ ਹੋ ਗਿਆ ਸਿਮਰਨ ਕਰਕੇ। ਫਿਰ ਉਹ ਸਾਰਾ ਦਿਨ ਰਾਤ ਉਸ ਪਰਮੇਸ਼ਰ ਦੀ ਯਾਦ ਬਣੀ ਰਹਿੰਦੀ ਆ। ਮਾਂ ਕਹਿੰਦੇ ਤਾਂ ਦਰਗਾਹ ਦੇ ਵਿੱਚ ਥਾਂ ਮਿਲੇਗਾ। ਜੇ ਉਸ ਪਰਮੇਸ਼ਰ ਦੇ ਅਸੀਂ ਗੁਣ 24 ਘੰਟੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਾਂਗੇ, ਰਹਿਤ ਮਰਿਆਦਾ ਦੇ ਵਿੱਚ ਰਹਾਂਗੇ, ਤਾਂ ਅੱਗੇ ਦਰਗਾਹ ਦੇ ਵਿੱਚ ਥਾਂ ਮਿਲ ਜਾਏਗਾ। ਸਦਾ ਆਨੰਦ ਨਾ ਹੋਵੀ ਸੋਗ, ਹਮੇਸ਼ਾ ਮਨ ਆਨੰਦ ਦੇ ਵਿੱਚ ਰਹੇਗਾ, ਕਦੀ ਸੋਗ ਭਾਵ ਕੋਈ ਚਿੰਤਾ ਨਹੀਂ ਰਹਿ ਜਾਏਗੀ। ਕਬਹੂ ਨਾ ਵਿਆਪੈ ਹੋਮੈ ਰੋਗ, ਫਿਰ ਹੋਮੇ ਦੀ ਬਿਮਾਰੀ ਵੀ ਜੜ ਤੋਂ ਪੁੱਟੀ ਜਾਏਗੀ, ਮਨ ਦੇ ਵਿੱਚ ਨਿਮਰਤਾ ਆ ਜਾਏਗੀ। ਜੇ ਸਾਧ ਸੰਗਤ ਜੀ ਕਿਸੇ ਦਾ ਟੈਸਟ ਕਰਨਾ ਹੋਏ, ਕੋਈ ਵੈਸੇ ਹੀ ਦਾਵਾ ਕਰੇ ਵੀ ਮੈਂ ਨਾਮ ਬਹੁਤ ਜਪਦਾ, ਜਿਹੜਾ ਇਸ ਤਰ੍ਹਾਂ ਦਾ ਦਾਵਾ ਕਰਦਾ ਇਹਦਾ ਮਤਲਬ ਹੋਮੇ ਕਰਕੇ ਦਾਵਾ ਕਰਦਾ, ਇਹਦਾ ਮਤਲਬ ਨਾਮ ਨਹੀਂ ਜਪਿਆ। ਜਿਨ੍ਹਾਂ ਨੇ ਅਸਲ ਮਾਇਨਿਆਂ ਦੇ ਵਿੱਚ ਨਾਮ ਜਪਿਆ ਉਹਨਾਂ ਦਾ ਹੋਮੇ ਦਾ ਰੋਗ ਮੁੱਕ ਜਾਂਦਾ। ਉਹ ਤੇ ਹੱਥ ਜੋੜ ਕੇ ਕਹਿੰਦੇ ਨੇ, ਭਾਈ ਮੈਂ ਮੂਰਖ ਨੀਚ ਅਜਾਣ ਸਮਝਾ ਸਾਖੀਆ, ਮੈਨੂੰ ਨਾਮ ਜਪਣ ਦੀ ਵਿਧੀ ਨਹੀਂ ਆਉਂਦੀ, ਨਾਮ ਨਹੀਂ ਜਪਣਾ ਆਉਂਦਾ, ਮੈਨੂੰ ਇਹ ਨਹੀਂ ਪਤਾ ਕਰਮ ਕਿਹੜੇ ਕਰਨੇ ਪਰਮਾਤਮਾ ਨੂੰ ਮਿਲਣ ਵਾਸਤੇ, ਮੈਂ ਤਾਂ ਇੱਕ ਮੂਰਖ ਹਾਂ। ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸੰਤੋ ਬ੍ਰਹਮ ਗਿਆਨੀ ਦੀ ਖੋਜ ਕਰੋ, ਤੇ ਬ੍ਰਹਮ ਗਿਆਨੀ ਹੈ ਪਰਮੇਸ਼ਰ। ਸੁਖਮਨੀ ਸਾਹਿਬ ਦੀ ਬਾਣੀ 'ਚ ਅਸੀਂ ਬੜੇ ਪਿਆਰ ਨਾਲ ਪੜ੍ਹਦੇ ਹਾਂ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਮਹੇਸ਼ਰ ਭਾਵ ਮਹੇਸ਼ ਸ਼ਿਵ ਜੀ। ਸ਼ਿਵ ਜੀ ਨੇ ਜਦੋਂ ਭਗਤੀ ਕੀਤੀ ਬਹੁਤ ਸ਼ਕਤੀਆਂ ਆ ਗਈਆਂ ਸੀ, ਸ਼ਕਤੀਆਂ ਪਾ ਕੇ ਵੀ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਆਪਣੇ ਪੁੱਤਰ ਦਾ ਕਤਲ ਕਰਤਾ ਸੀ ਇਹਨੇ, ਕਿਉਂਕਿ ਸਰਸਵਤੀ, ਮਾਫ ਕਰਨਾ, ਇਹਦੀ ਜਿਹੜੀ ਵਹੁਟੀ ਸੀ ਉਹ ਇਸ਼ਨਾਨ ਕਰਦੀ ਸੀ, ਉਹਨੇ ਕਿਹਾ ਵੀ ਕਿਸੇ ਨੂੰ ਆਉਣ ਨਾ ਦੇਈਂ ਉੱਥੇ। ਤੇ ਸਾਧ ਸੰਗਤ ਜੀ ਇਹਦਾ ਪੁੱਤਰ ਪਹਿਰੇਦਾਰ ਸੀ, ਸ਼ਿਵ ਜੀ ਆਇਆ ਕਹਿੰਦਾ ਮੈਂ ਮਿਲਣਾ ਆਪਣੀ ਵਹੁਟੀ ਨੂੰ, ਉਹ ਕਹਿੰਦਾ ਤੈਨੂੰ ਮਿਲਣ ਨਹੀਂ ਦੇਣਾ, ਮੈਨੂੰ ਤੇ ਹੁਕਮ ਹੋਇਆ ਮੇਰੀ ਮਾਂ ਦਾ, ਤੇ ਇਹਨੇ ਆਪਣੀ ਕਿਰਪਾਨ ਕੱਢ ਕੇ ਉਹਦਾ ਗਲਾ ਵੱਢਤਾ। ਫਿਰ ਸਾਧ ਸੰਗਤ ਜੀ ਫਿਰ ਹਾਥੀ ਦਾ ਗਲਾ ਕੱਟ ਕੇ ਉੱਥੇ ਲਾਇਆ, ਉੱਥੋਂ ਗਣੇਸ਼ ਬਣਿਆ। ਸੋ ਜਿਹੜਾ ਮਹੇਸ਼ ਸੀ ਉਹਨੂੰ ਵੀ ਜ਼ਿੰਦਗੀ ਦੇ ਵਿੱਚ ਹੋਮੇ ਨੇ ਬਹੁਤ ਤੰਗ ਕੀਤਾ, ਭਗਤੀ ਬਹੁਤ ਕੀਤੀ ਸੀ ਉਹਨੇ। ਪਰ ਸਾਧ ਸੰਗਤ ਜੀ ਫਿਰ ਬਾਅਦ 'ਚ ਕੀ ਹੋਇਆ, ਫਿਰ ਬ੍ਰਹਮ ਗਿਆਨੀ ਪਰਮਾਤਮਾ ਨੂੰ ਲੱਭਣ ਲੱਗ ਪਿਆ। ਮੈਂ ਮਾਲਕਾ ਭਗਤੀ ਤੇ ਬਹੁਤ ਕੀਤੀ ਹੈ, ਤੇਰੇ ਦਰਸ਼ਨ ਨਹੀਂ ਹੋਏ, ਦਰਸ਼ਨ ਦੇਗਾ ਤਾਂ ਹੋਮੇ ਦਾ ਰੋਗ ਜਾਏਗਾ। ब्रह्म ज्ञानी को खोजा महेश्वर, ब्रह्म ज्ञानी आप परमेश्वर। संतो ब्रह्म ज्ञानी जो परमेश्वर है उसकी खोज करो।
ਤੁਹਾਡੇ ਅੰਦਰ ਹੀ ਵਸਦਾ। ਵਸੇ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਬਿਸ਼ਮਨ ਬਿਸ਼ਮ ਭਏ ਬਿਸ਼ਮਾਦਾ। ਜਦੋਂ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਤੇ ਤੁਸੀਂ ਬਿਸਮਾਦ ਦੇ ਵਿੱਚ ਆ ਜਾਓਗੇ, ਕਿਉਂਕਿ ਵਾਹਿਗੁਰੂ ਵਿਸਮਾਦੀ ਹੈ। ਜੇ ਤੁਸੀਂ ਕੋਈ ਚਾਹੁੰਦੇ ਹੋ ਆਪਣੇ ਜੀਵਨ ਦੇ ਵਿੱਚ ਖੁਸ਼ੀ ਆਏ, ਖੇੜਾ ਆਏ, ਵਿਸਮਾਦ ਆਏ, ਜੀਵਨ ਖੁਸ਼ੀਆਂ ਭਰਾ ਹੋਏ, ਆਨੰਦ ਭਰਿਆ ਹੋਏ, ਤੇ ਉਸ ਪ੍ਰਮਾਤਮਾ ਨੂੰ ਖੋਜੋ। ਉਹਦੇ ਦਰਸ਼ਨ ਦੇ ਨਾਲ ਤੁਹਾਨੂੰ ਸਭ ਚੀਜ਼ਾਂ ਦੀ ਪ੍ਰਾਪਤੀ ਹੋਏਗੀ। ਪਰਮਗਤ ਪਾਵਹਿ ਹਰ ਸਿਮਰ ਪ੍ਰਾਣੀ। ਉਸ ਪਰਮਾਤਮਾ ਦਾ ਸਿਮਰਨ ਕਰਕੇ ਤੁਹਾਨੂੰ ਪਰਮ ਗਤੀ ਦੀ ਪ੍ਰਾਪਤੀ ਹੋਏਗੀ। ਰਹਾਓ ਗਨਮਿਨ ਦੇਖੋ ਸਗਲ ਵਿਚਾਰ। ਗਨਮਿਨ ਦਾ ਭਾਵ ਗਿਣਤੀ ਕਰਨੀ ਜਾਂ ਹਿਸਾਬ ਲਾਉਣਾ। ਤੁਸੀਂ ਹਿਸਾਬ ਲਾ ਕੇ ਦੇਖ ਲਓ, ਵਿਚਾਰ ਕਰਕੇ ਦੇਖ ਲਓ। ਨਾਮ ਬਿਨਾ ਕੋ ਸਕੇ ਨਾ ਤਾਰ। ਵਾਹਿਗੁਰੂ ਦੇ ਨਾਮ ਸਿਮਰਨ ਕੀਤਿਆਂ 24 ਘੰਟੇ ਜਦ ਤੱਕ ਕੋਈ ਸਿਮਰਨ ਨਹੀਂ ਕਰਦਾ, ਕੋਈ ਭਵ ਸਾਗਰ ਤੋਂ ਪਾਰ ਨਹੀਂ ਉਤਰ ਸਕਦਾ। ਸਗਲ ਉਪਾਵ ਨਾ ਚਾਲੈ ਸੰਗ। ਉਪਾਵ ਭਾਵ ਤਰੀਕੇ, ਦੀਵੇ ਬਾਲਣਾ ਨੇ, ਤੀਰਥਾਂ ਤੇ ਇਸ਼ਨਾਨ ਕਰਨਾ, ਵਰਤ ਕਰਨੇ, ਮੱਥੇ ਤੇ ਤਿਲਕ ਲਾਣਾ, ਮੁੰਦਰੀਆਂ ਪਾ ਲੈਣੀਆਂ, ਮਾਲਾ ਘੁਮਾਣੀ, ਇਹਨੂੰ ਕਹਿੰਦੇ ਉਪਾਵ। ਰੱਬ ਨੂੰ ਮਿਲਣ ਦੇ ਉਪਾਵ। ਇਹ ਕੋਈ ਵੀ ਉਪਾਵ ਤੇਰੇ ਕੰਮ ਨਹੀਂ ਆਉਣੇ ਜਦ ਤੱਕ 24 ਘੰਟੇ ਦਿਨ ਤੇ ਰਾਤ ਤੇਰੇ ਹਿਰਦੇ ਵਿੱਚ ਰੱਬ ਦਾ ਪਿਆਰ ਨਹੀਂ ਬਣੇਗਾ, ਤੇ ਰੱਬ ਦੀ ਖਲਕਤ, ਰੱਬ ਦੀ ਸ੍ਰਿਸ਼ਟੀ ਨਾਲ ਪਿਆਰ ਨਹੀਂ ਬਣੇਗਾ। ਜੇ ਅੰਮ੍ਰਿਤ ਵੇਲੇ ਨਾਮ ਸਿਮਰਨ ਕਰਕੇ ਤੂੰ ਭੈਣਾਂ ਤੇ ਭਰਾਵਾਂ ਦੇ ਨਾਲ ਬਾਦ ਵਿਵਾਦ ਕਰਦਾ, ਗੁਰਮੁਖਾਂ ਦੇ ਨਾਲ ਬਾਦ ਵਿਵਾਦ ਕਰਦਾ, ਤੇਰੇ ਹਿਰਦੇ ਵਿੱਚ ਨਫ਼ਰਤ ਹੈ, ਹੰਕਾਰ ਹੈ, ਤੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਰੇ ਉਪਾਅ ਜਿਹੜੇ ਕੀਤੇ ਨੇ ਸਭ ਵਿਅਰਥ ਨੇ। ਭਵ ਜਲ ਤਰੀਐ ਪ੍ਰਭ ਕੈ ਰੰਗ। ਬੜੀ ਸਿੱਧੀ ਗੱਲ ਕਰਤੀ। ਭਵ ਸਾਗਰ ਜਿਹੜਾ ਡਰ ਦਾ ਸਾਗਰ ਹੈ, ਕਿੱਦਾਂ ਤਰਿਆ ਜਾਏਗਾ? ਪ੍ਰਭ ਕੈ ਰੰਗ, ਪ੍ਰਭੂ ਦੇ ਪਿਆਰ ਦੇ ਨਾਲ। ਜਦ ਤੱਕ ਤੇਰਾ ਪਿਆਰ ਉਸ ਵਾਹਿਗੁਰੂ ਨਾਲ ਨਹੀਂ ਬਣਦਾ, ਬਹੁਤ ਔਖਾ ਕੰਮ ਹੈ। ਦੇਹੀ ਧੋਏ ਨਾ ਉਤਰੇ ਮੈਲ। ਦੇਹ ਨੂੰ ਮਲ ਮਲ ਕੇ ਧੋਣਾ, ਕੱਪੜੇ ਸੋਹਣੇ ਪਾਉਣਾ, ਭਾਈ ਉਹਦੇ ਨਾਲ ਮਨ ਦੀ ਮੈਲ ਨਹੀਂ ਜਾਣੀ। ਹੋਮੇ ਵਿਆਪੈ ਦੁਬਦਾ ਫੈਲ। ਫਿਰ ਮਹਾਰਾਜ ਨੇ ਦੱਸਿਆ ਵੀ ਉਹ ਮੈਲ ਕਿਹੜੀ ਆ। ਹੋਮੇ ਦੀ ਮੈਲ ਤੇ ਦੁਬਦਾ। ਦੁਬਦਾ ਭਾਵ ਪਰਮੇਸ਼ਰ ਦਾ ਨਾਮ ਵੀ ਜਪ ਲੈਣਾ, ਫਿਰ ਲੋਕਾਂ ਦੇ ਅੱਗੇ ਹੱਥ ਫੈਲਾ ਦੇਣੇ ਵੀ ਸਾਨੂੰ ਹੱਕ ਦਿਓ। ਇਹਨੂੰ ਕਹਿੰਦੇ ਦੁਬਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਦੀ ਸਥਾਪਨਾ ਤਾਂ ਕੀਤੀ ਸੀ ਵੀ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਏ ਉਸ ਅਕਾਲ ਪੁਰਖ ਅੱਗੇ ਬੇਨਤੀ ਕਰੋ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਘਰ ਦੇ ਵਿੱਚ ਸਭ ਕੁਝ ਹੈ। ਜਾਂ ਕਹਿ ਘਰ ਸਭ ਕੁਛ ਹੈ ਭਾਈ, ਨੋ ਨਿਧ ਭਰੇ ਭੰਡਾਰ। ਹਰ ਹਰ ਔਖਦ ਜੋ ਜਨ ਖਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਜਿਨ੍ਹਾਂ ਨੇ ਵੀ ਨਾਮ ਦੀ, ਪਰਮੇਸ਼ਰ ਦੇ ਪਿਆਰ ਦੀ ਰੰਗਤ ਆਪਣੇ ਉੱਪਰ ਚਾੜੀ ਹੈ, ਉਹ ਇਸ ਤਰ੍ਹਾਂ ਮਾਣੋ ਵੀ ਇੱਕ ਦਵਾਈ ਆ, ਔਖਦ ਹੈ, ਜਿਹਦੇ ਨਾਲ ਸਾਰੇ ਰੋਗ ਮਿਟ ਜਾਂਦੇ ਨੇ। ਕਰ ਕਿਰਪਾ ਪਾਰ ਬ੍ਰਹਮ ਦਿਆਲ। ਫਿਰ ਅਖੀਰੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ, ਜੋਦੜੀ ਕੀਤੀ ਹੈ ਵੀ ਮੇਰੇ ਕਰਮਾਂ ਦੇ ਨਾਲ, ਮੇਰੇ ਕੀਤੇ ਕਰਮਾਂ ਦੇ ਨਾਲ ਮੇਰੀ ਮੁਕਤੀ ਨਹੀਂ ਹੋਣੀ। ਕਰ ਕਿਰਪਾ ਪਾਰ ਬ੍ਰਹਮ ਦਿਆਲ। ਮੇਰੇ ਮਾਲਕਾ ਤੁਸੀਂ ਦਿਆਲ ਹੋ, ਮੇਰੇ ਤੇ ਕਿਰਪਾ ਕਰੋ। ਮਨ ਤੇ ਕਬਹੂ ਨਾ ਬਿਸਰ ਗੋਪਾਲ। ਮੇਰੇ ਮਨ ਤੋਂ ਤੂੰ ਕਦੀ ਨਾ ਵਿਸਰੀ, ਕਿਉਂਕਿ ਗੁਰਦੁਆਰੇ ਤੋਂ ਬਾਹਰ ਪੈਰ ਧਰਦਾ ਤੇ ਫਿਰ ਮਾਇਆ ਦੇ ਖਿਆਲ ਮਨ ਦੇ ਵਿੱਚ ਚੱਲਦੇ, ਭੁੱਲ ਜਾਂਦਾ ਤੂੰ। ਕਿਸੇ ਦੀ ਹਰਖ ਦੀ ਜਾਂ ਸੋਗ ਦੀ ਗੱਲ ਸੁਣ ਕੇ ਮੇਰਾ ਮਨ ਤੈਨੂੰ ਭੁੱਲ ਜਾਂਦਾ।
ਸਾਧ ਸੰਗਤ ਜੀ, ਟੈਲੀਵਿਜ਼ਨ ਤੇ ਨਿਊਜ਼ ਦੇਖ ਕੇ ਰੱਬ ਭੁੱਲ ਜਾਂਦਾ, ਡਰਾਮੇ ਦੇਖ ਕੇ ਰੱਬ ਭੁੱਲ ਜਾਂਦਾ, ਫਿਲਮਾਂ ਦੇਖ ਕੇ ਟੀਵੀ ਤੇ ਜਿਹੜੀ 3 ਘੰਟੇ ਤੁਸੀਂ ਫਿਲਮ ਦੇਖਦੇ ਹੋ ਉਦੋਂ ਰੱਬ ਚੇਤੇ ਆਉਂਦਾ ਤੁਹਾਨੂੰ? ਨਹੀਂ ਆਉਂਦਾ। ਫਿਲਮ ਦੇ ਵਿੱਚ ਮਨ ਇੰਨਾ ਰੁੱਝਾ ਹੁੰਦਾ ਵੀ ਰੱਬ ਚੇਤੇ ਨਹੀਂ ਆਉਂਦਾ। ਮਹਾਰਾਜ ਅਰਦਾਸ ਕਰਦੇ ਆ ਉਸ ਪਰਮੇਸ਼ਰ ਅੱਗੇ, ਸਾਨੂੰ ਵੀ ਪ੍ਰੇਰਨਾ ਬਖਸ਼ਿਸ਼ ਕਰਦੇ ਆ ਵੀ ਅਰਦਾਸ ਕਰੋ ਮੇਰੇ ਮਾਲਕਾ 24 ਘੰਟੇ ਤੇਰੀ ਯਾਦ ਹਿਰਦੇ ਵਿੱਚ ਬਣੀ ਰਹੇ। ਤੇਰੇ ਦਾਸ ਕੀ ਹੋਵਾਂ ਧੂੜ, ਨਾਨਕ ਕੀ ਪ੍ਰਭ ਸ਼ਰਧਾ ਪੂਰ। ਤੇਰੇ ਦਾਸਾਂ ਦੀ ਮੈਂ ਧੂੜ ਬਣ ਜਾਵਾਂ। ਜਿਹੜੇ ਤੇਰੇ ਦਾਸ ਨੇ, ਤੇਰੇ ਮਿਲਣ ਦੀ ਇੱਛਾ ਰੱਖਦੇ ਨੇ ਜਾਂ ਤੈਨੂੰ ਮਿਲ ਪਏ ਨੇ, ਉਹਨਾਂ ਦੀ ਚਰਨ ਧੂੜ ਮੈਨੂੰ ਬਖਸ਼ ਦੇ। ਗੁਰੂ ਮਹਾਰਾਜ ਰਹਿਮਤ ਕਰਨ। ਬਾਕੀ ਦਾ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ, ਅਸੀਸਾਂ ਦੇਣੀਆਂ। So today's Hukamnama is blessing from Sachkhand Sri Harmandir Sahib, composition of Dhan Dhan Guru Arjan Dev Ji Maharaj. Guru Arjan Dev Ji Maharaj, the Pancham Pita, 5th Satguru, 5th embodiment of Dhan Dhan Guru Nanak Dev Ji Maharaj, reveals in today's Hukamnama how we can attain bliss in our life. In other words, how we can be peaceful, how our life can be full of excitement. It's quite rare. You know, people get excited when it is time to go on holiday and catch the plane. People get excited when they buy a new car, or when they find someone they like. So there are various reasons. But all these excitements, all these players, they are short-lived. In today's Hukamnama, in today's sermon, Guru Maharaj reveals the way to attain permanent and eternal happiness. How we can attain that? So Guru Maharaj begins the Hukamnama with these precious words. In Rag Ramkali. Ramkali, Rag is the one in which Anand Sahib Bani has been composed. Ramkali Mehla Tija, Anand Pya, Meri Maaye, Satguru Main Paya. Rag Ramkali, or the melody Ramkali, creates this calmness in the mind. That's the purpose of Rag, that is to attain that focus, achieve that focus. Way to attain the bliss, the eternal happiness. Ran dinas japon har naam. Ran means night, dinas means day. Japo means meditate with body, with tongue, and with mind. I should meditate upon God's name through my body, which means actions. I should perform actions, I should do deeds in God's will. With mind, so that's the second way of meditation. In my mind, there should be only one focus. That is to serve God. Third way is with your tongue. You praise God, and every word you speak in 24 hours during the day should connect you and the others to Almighty God. That's how you meditate day and night. The question is, how do you meditate whilst you are asleep? It's like charging your mind with feeling of love for God during the day. The most important time of the day is
between 3 a.m. in the morning till 6 a.m. in the morning. 3 hours, which is the second pahar of the day. There are 8 pahars. Every pahar is 3 hours. 8 times 3, 24 hours. So second pahar of the day, where it is calm and quiet, where people are sleeping, you are able to focus your mind, charge your mind with praises of God, meditate upon God's name. And that is the key. Then rest of the 21 hours, that charge will stay. Whilst you are asleep, you are still remembering God. So Guru Maharaj is giving us the method, the technique, how we can attain permanent joy in our life. Aage dargah pavo thau. Aage means after this life. After this life, you will find place in the dargah. Dargah means the court of Lord. You'll find a place. Sada anand na hovi sog. In this life and next life, your soul will be rejuvenated and will be in bliss all the time. And you will never have the sog. Sog means depression or any worry. Kabhu na vyapa humai rog. Vyapa means touch. Humai means pride. Rog means disease. The disease of ego will never touch you or never afflict you. Now, Satsangaji, there are a lot of people who claim to be spiritual. Some people claim themselves to be super spiritual. In that, they use Khalsa, the pure ones, in their name. You can test them. If they claim that they are super spiritual, it means they are talking in ego, talking with pride. So where there is pride, there is no presence of God. So in other words, they haven't done any meditation. So Guru Maharaj is revealing, with meditation, one becomes humble. When Guru Sahiban, our Gurus, they were asked, how much gyan you have, how much wisdom you have, how long you meditate. And Guru Maharaj used to give the simple answer. Gyan dhyan kich karm na jana. Sar na jana teri. I have no gyan. I'm without any knowledge. My actions are corrupt. I don't have focus on God. I'm nothing. Because there, in real sense, our Guru Sahiban meditated upon God's name. So this is the acid test for people who claim to be super spiritual. If they have ego, they have no name. They don't do meditation. If anyone is affected by jealousy, anger, greed, lust, that person hasn't meditated upon God's name. Because Guru Maharaj reveals in the Bani, those who have meditated upon God's name, all their 5 passions come under control. Panch doot tud vas kite kal kantak marya. तुर कर्म पाया तो जिनको से नाम हर कह लागे, कहे नानक तह सुख होवा तित कर अनहद वाजे. Then Guru Maharaj gives us the inspiration. खोजो हो संतो हर ब्रह्म ज्ञानी.
O saints of the Lord, Sath Sangat, O my brothers and sisters, search for the Brahm Gyani. Brahm Gyani means the Almighty God. Even Shivji in the Hindu mythology, he searched for God in the end. Initially, he meditated for a long time. With meditation, he acquired a lot of powers and he became very arrogant. Then he realized that he needs to search for God, because once he would merge with God, there won't be any ego. Can you see the point? His wife, her name was Parvati. It so happened that Shivji lost his temper. He was so angry and he was full of pride, full of ego. Parvati was taking bath at the bank of the river and she had the sheet in front. And she had asked her son to guard her. Shivji came along looking for Parvati. Because he hadn't seen his son for so long, he didn't recognize. Son stopped him from going past that sheet. He became angry. With his own sword, he beheaded his own son. That's how angry and loose he was. Although he meditated for a long time. When Parvati found out, she came out and said, "You have killed your own son." Then he had to remove the head of an elephant and put that head on top of his son's body. That's where Ganesh comes from. Ganesh is worshipped by the Hindu brothers and sisters. In Sukhmani Sahibani, Guru Maharaj reveals, even the Shivji started looking for God. ब्रह्म ज्ञानी को खोजा महेश्वर. ब्रह्म ज्ञानी आप परमेश्वर. Maheshwar means Shivji. Shivji was looking for God because he wanted peace. All his meditation didn't help him. He wanted God's mercy. So Guru Maharaj inspires all of us. Khojo santo har Brahm Gyani. Until you attain the merger with the Brahm Gyani, Almighty God, you are not going to attain peace. Bishman Bishma Pahe Bishmada Paramagat Pava Har Simar Prani. Once you meet God, you will be in Bismad. Bismad means to be wonderstruck. Your life will be full of excitement. Because God will show you new experiences every moment, every day. Paramagat Pave Har Simar Prani Rahao. You would attain the Paramagat. Param means supreme. Gat means that state of mind. You will attain the supreme, the purest of pure state of mind, where you will be humble, you will be peaceful. Carry on meditating upon God. Ganmin dekho sagal vichar. Ganmin means to assess, to do ginti. You can assess everything, contemplate, think about it. Naam bina ko sakay na tar. Without God's name, until you acquire God's name, until you merge with God, until you have attained God's divine qualities of compassion, righteousness, truth, divine wisdom, and self-control, you cannot swim across this worldly ocean. Sagala upavana chala sang. People do different kind of deeds, rituals. They are called upav, the methods.
None of the method is going to help to attain that peace. Pavjal tariya prabh keh rang. The only way you can swim across this horrible, treacherous ocean of this world is when you fall in love with God. Pavjal tariya prabh keh rang. Rang means color, but it implies love for God. Dehi toye na utre mail. Now people think if they take bath at the pilgrimage in a sacred pool, they will be liberated. But Guru Maharaj reveals, by taking bath at the sacred pool, your mal, your filth is not going to go away. Then Guru Maharaj describes what that filth is. Home vyapa dubda phail. The filth of ego is still there. What's the point in taking bath? You are affected by the duality. One thing I want to make it very clear. Duality means when you have to go to someone else besides God and you're begging from someone else. When you have to rely on someone else than God. That's called dubda. That's why Guru Hargobind Sahib Maharaj constructed Akal Takht. My Khalsa will never beg from anyone. If Khalsa needs anything, Khalsa should pray to Akal, the eternal God. That's why Akal Takht was constructed next to Harmandir Sahib. So if you are affected by Dubda, you haven't done the Simran. Or Simran hasn't worked for you. So these are the filth in the mind. Home vyapay dubda phail har har okhad jo jan khaye. Okhad means medicine. The best medicine is God's name. It means you fall in love with God. Like a child has mother in his memory 24/7. When you have that feeling for God, that is the best medicine which is going to remove all your diseases. Tanka rog sagal mit jaye. Kar kirpa par brahm dayal, man te kabhu na bisar gopal. Then Guru Maharaj prays to Vaheguru that I am easily distracted. Watching movies, watching sports, I forget you, Vaheguru. Please bless me so that I have strength, I have passion to remember you 24/7. Please bless me. So you have to pray for this blessing. Tere das ki hova tur, I should become the feet dust of your devotees. Nanak ki prabh shardapur, please fulfill the desire of your humble servant. Nanak is praying with both hands folded. I surrender myself to you. Without your mercy, I cannot attain happiness and joy in my life. May Satguru bless you all. Have a great day. Forgive all the mistakes and share the Fateh. Vaheguru Ji ka Khalsa, Vaheguru Ji ki Fateh.